अस्सलामुअलैकुम सर जी वालेकुम सलाम। सर साड़ी रहनुमाई फरमाओ किसानां दी कि ज़मीन का तजज़िया कराना क्यों ज़रूरी है। जी सर, जिस तरह ਤੁਸੀਂ ਕਿਸੇ ਵੀ ਅੱਛੇ ਡਾਕਟਰ ਦੇ ਕੋਲ ਜਾਓ ਤੇ ਸਭ ਤੋਂ ਪਹਿਲਾਂ ਤੁਹਾਨੂੰ ਕੁਝ ਟੈਸਟ ਲਿਖ ਕੇ ਦਿੰਦਾ ਹੈ। ਜੀ ਇਹ ਉਹ ਚੀਜ਼ਾਂ ਹੁੰਦੀਆਂ ਨੇ ਜਿਹਦੇ ਨਾਲ ਉਹਨੂੰ ਇਹ ਜਾਂਚਣ ਦੇ ਵਿੱਚ ਬੜੀ ਜ਼ਿਆਦਾ ਮਦਦ ਮਿਲਦੀ ਹੈ ਕਿ ਤੁਹਾਡੇ ਨਾਲ ਕੀ ਮਸਲਾ ਹੈ ਜਾਂ ਕੋਈ ਮਸਲਾ ਹੋ ਸਕਦਾ ਹੈ ਔਰ ਉਹ ਕਿਸ ਵਜ੍ਹਾ ਤੋਂ ਹੈ। ਇਸੇ ਤਰ੍ਹਾਂ ਜ਼ਮੀਨ ਦਾ ਵੀ ਤਜਜ਼ੀਆ ਹੈ, ਉਹ ਕਰਵਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਆਮ ਲੋਕ ਇਹ ਸਮਝਦੇ ਨੇ ਕਿ ਆਮ ਤੌਰ ਤੇ ਜਿਹੜਾ ਜ਼ਮੀਨ ਦਾ ਤਜਜ਼ੀਆ ਹੈ ਉਹ ਸਿਰਫ ਖਾਦਾਂ ਦੀ ਮਿਕਦਾਰ ਦੱਸਦਾ ਹੈ, ਜਦਕਿ ਐਸਾ ਨਹੀਂ ਹੈ। ਉਹਦੇ 'ਚ ਜ਼ਮੀਨ ਦੇ ਤਜਜ਼ੀਏ ਦੇ ਵਿੱਚ ਤੁਹਾਡੀ ਜ਼ਮੀਨ ਦੀ ਸਿਹਤ ਦਾ ਵੀ ਪਤਾ ਲੱਗਦਾ ਹੈ ਜੀ। ਔਰ ਕਾਸ਼ਤਕਾਰੀ ਦਾ ਹਰ ਅਮਰ ਜਿਹੜਾ ਹੈ ਉਹ ਤੁਹਾਡੀ ਜ਼ਮੀਨ ਦੇ ਤਜਜ਼ੀਏ ਦੇ ਨਾਲ ਮੁਨਸਲਿਕ ਹੁੰਦਾ ਹੈ। ਜਦੋਂ ਤੁਹਾਨੂੰ ਜ਼ਮੀਨ ਦਾ ਤੁਸੀਂ ਤਜਜ਼ੀਆ ਕਰਵਾਉਂਦੇ ਹੋ ਤੁਹਾਨੂੰ ਪਤਾ ਲੱਗਦਾ ਕਿ ਤੁਹਾਡੀ ਜ਼ਮੀਨ 'ਚ ਮਸਲਾ ਕੀ ਹੈ, ਉਹਦੇ ਮੁਤਾਬਕ ਤੁਸੀਂ ਜ਼ਮੀਨ ਦੀ ਤਿਆਰੀ ਕਰਦੇ ਹੋ, ਉਹਦੇ ਮੁਤਾਬਕ ਤੁਸੀਂ ਬੀਜ ਇਸਤੇਮਾਲ ਕਰਦੇ ਹੋ, ਉਹਦੇ ਮੁਤਾਬਕ ਖਾਦਾਂ ਔਰ ਉਹਦੇ ਮੁਤਾਬਕ ਹੀ ਆਪਣੇ ਬਾਕੀ ਸਾਰੇ ਆਪਰੇਸ਼ਨ ਕਰਦੇ ਹੋ ਤਾਂ ਕਿ ਇੱਕ ਬਿਹਤਰ ਤੁਸੀਂ ਪੈਦਾਵਾਰ ਲੈ ਸਕੋ। ਔਰ ਨਾ ਸਿਰਫ ਪੈਦਾਵਾਰ ਬਲਕਿ ਤੁਹਾਡੀ ਜ਼ਮੀਨ ਦੀ ਸਿਹਤ ਵੀ ਉਹਦੇ ਨਾਲ ਬਿਹਤਰ ਹੁੰਦੀ ਹੈ। ਜਦੋਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਕਿਹੜੀ ਚੀਜ਼ ਦੀ ਕਿਸ ਮਿਕਦਾਰ 'ਚ ਕਮੀ ਹੈ, ਉਹ ਕਿਸ ਤਰੀਕੇ ਦੇ ਨਾਲ ਪਾਣੀ ਹੈ, ਕਿਸ ਵਕਤ ਪਾਣੀ ਹੈ, ਉਹਦੇ ਨਾਲ ਤੁਹਾਡੀ ਜ਼ਮੀਨ ਦੀ ਓਵਰਆਲ ਸਿਹਤ ਵੀ ਵਕਤ ਦੇ ਨਾਲ ਫਿਰ ਬਿਹਤਰ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਜ਼ਮੀਨ ਦਾ ਤਜਜ਼ੀਆ ਜਿਹੜਾ ਆ ਕੁਰਾਨ ਵਾਸਤੇ ਜ਼ਮੀਨ ਦੀ ਹਾਲਤ ਕੈਸੀ, ਫਸਲ ਖਲੋਤੀ ਤੇ ਵੀ ਹੋ ਜਾਂਦਾ ਜਾਂ ਖਾਲੀ ਦਾ ਹੁੰਦਾ? ਇਹ ਆਮ ਤੌਰ ਦੇ ਉੱਤੇ ਅਸੀਂ ਜਿਹੜਾ ਜ਼ਮੀਨ ਦਾ ਤਜਜ਼ੀਆ ਕਰਦੇ ਹਾਂ ਉਹ ਫਸਲ ਦੀ ਕਟਾਈ ਤੋਂ ਬਾਅਦ ਕਰਦੇ ਹਾਂ। ਆਮ ਤੌਰ ਤੇ ਜਿਹੜੀਆਂ ਖਾਦਾਂ ਨੇ ਉਹ ਅਗਰ ਆਖਰੀ ਖਾਦ ਇਸਤੇਮਾਲ ਹੋਈ ਨੂੰ 30 ਦਿਨ ਤੋਂ ਜ਼ਿਆਦਾ ਹੋ ਜਾਣ ਫਿਰ ਅਸੀਂ ਉਹਦਾ ਨਮੂਨਾ ਲੈ ਸਕਦੇ ਹਾਂ। ਬਿਹਤਰ ਹੈ ਕਿ ਜਦੋਂ ਜਿਨ੍ਹਾਂ ਕਾਸ਼ਤਕਾਰ ਹਜ਼ਰਾਤ ਨੇ ਆਪਣੇ ਜ਼ਮੀਨ ਦਾ ਤਜਜ਼ੀਆ ਕਰਾਉਣਾ ਹੋਵੇ ਉਹ ਫਸਲ ਦੀ ਕਟਾਈ ਤੋਂ ਫੌਰਨ ਬਾਅਦ ਆਪਣਾ ਕਰਵਾ ਲੈਣ, ਉਸ ਟਾਈਮ ਦੇ ਉੱਤੇ ਬਿਹਤਰੀਨ ਰਿਜ਼ਲਟ ਹੋ ਜਾਂਦੇ ਨੇ। ਯਾਨੀ ਤੁਸੀਂ ਇਹ ਗੱਲ ਕਹੀ ਕਿ ਆਖਰੀ ਖਾਦ ਦੇ 30 ਦਿਨ ਤੋਂ ਬਾਅਦ ਕਰਾਉਣਾ ਚਾਹੀਦਾ। ਔਰ ਤੁਸੀਂ ਇਹ ਦੱਸਿਆ ਕਿ ਜਿਸ ਤਰ੍ਹਾਂ ਜਿਸਮ ਦਾ ਅਸੀਂ ਡਾਕਟਰ ਸਾਨੂੰ ਲੈਬਾਰਟਰੀ ਭੇਜਦਾ ਇਸ ਤਰ੍ਹਾਂ ਜ਼ਮੀਨ ਦੀ ਵੀ ਲੈਬਾਰਟਰੀ ਹੁੰਦੀ ਆ। ਉਹਦੇ ਨਾਲ ਕਮੀਆਂ ਪੇਸ਼ੀਆਂ ਜਿਹੜੀਆਂ ਉਹਨਾਂ ਦਾ ਪਤਾ ਲੱਗ ਜਾਂਦਾ। ਜਦੋਂ ਤੁਸੀਂ ਤਜਜ਼ੀਆ ਕਰਦੇ ਆ ਸਾਨੂੰ ਤੁਸੀਂ ਦੱਸ ਦਿੰਦੇ ਆ ਜਾਂ ਮੁੜ ਕੇ ਫਿਰ ਕਿਸੇ ਡਾਕਟਰ ਬਾਬਰ ਅਮੀਨ ਕੋਲ ਜਾਣਾ ਪੈਂਦਾ? ਨਹੀਂ ਜੀ, ਤੁਸੀਂ ਉਹ ਰਿਪੋਰਟ ਜਿਹੜੀ ਹੈਗੀ ਹੈ ਉਰਦੂ ਦੇ ਵਿੱਚ ਵੀ ਹੁੰਦੀ ਹੈ। ਹਾਂਜੀ, ਅਸੀਂ ਵੀ ਤੁਹਾਨੂੰ ਦੱਸਦੇ ਹਾਂ, ਆਪ ਆ ਕੇ ਬਕਾਇਦਾ ਪੂਰੀ ਰਿਪੋਰਟ ਤੁਹਾਨੂੰ ਐਕਸਪਲੇਨ ਕਰਦੇ ਹਾਂ। ਉਹਦੇ ਵਿੱਚ ਦੱਸਦੇ ਹਾਂ ਕਿ ਜ਼ਮੀਨ ਦੇ ਵਿੱਚ ਕਿਹੜੀ ਕਿਹੜੀ ਬਿਮਾਰੀ ਹੈ, ਕਿਹੜੀਆਂ ਖਾਦਾਂ ਦੀ ਜ਼ਰੂਰਤ ਹੈ ਔਰ ਕਿਸ ਤਰ੍ਹਾਂ ਉਹਨਾਂ ਚੀਜ਼ਾਂ ਨੂੰ ਤੁਸੀਂ ਠੀਕ ਕਰ ਸਕਦੇ ਹੋ। ਲੇਕਿਨ ਉਹ ਕਿਉਂਕਿ ਰਿਪੋਰਟ ਉਰਦੂ 'ਚ ਹੁੰਦੀ ਹੈ ਉਹ ਤੁਸੀਂ ਉਹਨੂੰ ਆਪ ਵੀ ਪੜ੍ਹ ਸਕਦੇ ਹੋ ਤੇ ਕਿਸੇ ਹੋਰ ਵੀ ਅਗਰ ਤੁਸੀਂ ਦੁਬਾਰਾ ਵੀ 6 ਮਹੀਨੇ ਬਾਅਦ, ਸਾਲ ਬਾਅਦ, 2 ਸਾਲ ਬਾਅਦ ਤੁਸੀਂ ਕਿਸੇ ਜ਼ਰਾਅਤ ਦੇ ਮਾਹਰ ਦੇ ਨਾਲ ਉਹਨੂੰ ਰਿਪੋਰਟ ਦਿਖਾਓ ਤੇ ਉਹ ਵੀ ਤੁਹਾਨੂੰ ਪੜ੍ਹ ਕੇ ਦੱਸ ਸਕਦਾ ਕਿ ਜ਼ਮੀਨ ਦੇ ਵਿੱਚ ਕੀ ਰੌਲਾ ਹੈ। ਇੱਕ ਵਾਰ ਦੀ ਰਿਪੋਰਟ ਕਰਾਈ ਕਿੰਨੇ ਸਾਲ ਤੱਕ? ਤਕਰੀਬਨ 3 ਤੋਂ 5 ਸਾਲ ਡਿਪੈਂਡ ਕਰਦਾ ਕਿ ਤੁਸੀਂ ਕਿਹੜੀਆਂ ਫਸਲਾਂ ਲਾਉਂਦੇ ਹੋ। ਅਗਰ ਤੇ ਇੱਕੋ ਜਿਹੀਆਂ ਫਸਲਾਂ ਲਾਉਂਦੇ ਹੋ, ਇੱਕੋ ਜਿਹੀਆਂ ਪ੍ਰੈਕਟਿਸਾਂ ਕਰਦੇ ਹੋ ਤਾਂ 5 ਸਾਲ ਤੱਕ ਵੀ ਰਿਪੋਰਟ ਚੱਲ ਸਕਦੀ ਹੈ। ਵਰਨਾ 3 ਤੋਂ 5 ਸਾਲ ਤੱਕ ਜ਼ਮੀਨ ਦਾ ਆਪਣਾ ਤਜਜ਼ੀਆ ਲਾਜ਼ਮੀ ਕਰਵਾ ਲੈਣਾ ਚਾਹੀਦਾ। ਅੱਛਾ, ਦੂਸਰਾ ਇਹ ਦੱਸੋ, ਇੱਕ ਤੇ ਤਰੀਕਾ ਇਹ ਹੈ ਨਾ ਕਿ ਤੁਸੀਂ ਖੁਦ ਤਸ਼ਰੀਫ ਲਿਆਏ ਤੇ ਸੈਂਪਲ ਲੈ ਗਏ, ਤੇ ਜੇ ਕਾਸ਼ਤਕਾਰ ਨੇ ਆਪ ਸੈਂਪਲ ਲੈ ਕੇ ਆਉਣਾ ਹੋਵੇ, ਬਾਅਦ ਤੁਹਾਡਾ ਟਾਈਮ ਨਾ ਹੋਵੇ ਜਾਂ ਬੰਦਾ ਕਹਿੰਦਾ ਕਿ ਮੈਂ ਹੀ ਚਲੇ ਜਾ, ਉਹਨੂੰ ਕੀ ਖਿਆਲ ਰੱਖਣਾ ਚਾਹੀਦਾ ਸੈਂਪਲ ਲੈਂਦੇ ਆ? ਸੈਂਪਲ ਦੇ ਵਿੱਚ ਦੇਖੋ, ਜਦੋਂ ਤੁਸੀਂ ਪੂਰੇ ਏਕੜ ਦਾ ਸੈਂਪਲ ਲੈ ਰਹੇ ਹੋ ਔਰ ਉਹ 'ਚੋਂ ਤਕਰੀਬਨ ਤੁਸੀਂ